ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਕੈਨੇਡਾ ਵਿੱਚ 2 ਮੈਜੋਰਿਟੀ ਗਵਰਨਮੈਂਟ ਤੋਂ ਬਾਅਦ ਇਸ ਵਾਰ ਦੀਆਂ ਫੈਡਰਲ ਚੋਣਾਂ ਦੇ ਵਿੱਚ ਇੱਕ ਵਾਰੀ ਫਿਰ ਤੋਂ ਕੈਨੇਡੀਅਨਸ ਨੇ ਲਿਬਰਲ ਦੀ ਮਿਨੋਰਿਟੀ ਗਵਰਨਮੈਂਟ ਚੁਣੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਲਿਬਰਲ ਦੀ ਮਿਨੋਰਿਟੀ ਸਰਕਾਰ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਸੰਬੰਧੀ ਸਟੂਡੀਓ ਦੇ ਵਿੱਚ ਗੱਲਬਾਤ ਲਈ ਸਾਡੇ ਨਾਲ ਖਾਸ ਤੌਰ ਤੇ ਮੌਜੂਦ ਹਨ ਸੀਨੀਅਰ ਜਰਨਲਿਸਟ ਵਿਕਰਮ ਚੌਧਰੀ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜਸਲੀਨ ਜੀ, ਥੈਂਕਸ ਫॉर ਹੈਵਿੰਗ ਮੀ। Pleasure. Vikram ji, after 2 successive governments, Canadians have returned to minority. Liberal leader Justin Trudeau ने recently announce किया कि ਉਹ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਲੀਸ਼ਨ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫੈਸਲੇ ਦੇ ਕਾਰਨ ਲਿਬਰਲਸ ਦੀ ਮਿਨੋਰਿਟੀ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ, ਔਰ ਯੂ ਥਿੰਕ ਕਿ ਲਿਬਰਲ ਦੀ ਜਿਹੜੀ ਮਿਨੋਰਿਟੀ ਗਵਰਨਮੈਂਟ ਹੈਗੀ ਹੈ ਦੈਟਸ ਪ੍ਰੀਟੀ ਸਟਰੋਂਗ? देखो जी, ऑन द फेस ऑफ इट ये तो बिल्कुल साफ है कि मिनॉरिटी गवर्नमेंट स्ट्रॉन्ग नहीं हो सकती, बट मोर दैन दैट एक पोलिटिकल सिंबलिज्म भी होता है। सो पोलिटिकल सिंबलिज्म ये है कि दे वांट टू सेंड अक्रॉस अ मैसेज कि भी मिनॉरिटी गवर्नमेंट होने के बावजूद विल बी स्ट्रॉन्ग गवर्नमेंट, जो असी परफॉर्मेंस देंगे दैट विल बी स्ट्रॉन्ग, और ये शैडो नहीं आएंगे कि मिनॉरिटी सरकार ज़्यादा परफॉर्म नहीं कर सकती। सो मैसेज इज़ लाउड एंड क्लीयर, बट मिनॉरिटी सरकार के अपने चैलेंजेस जरूर होंगे। डेमोक्रेसी इन पार्लीमेंटरी फॉर्म ऑफ गवर्नमेंट जिथे तुहानू एक हाउस ऑफ कॉमन मेजोरिटी चाहिए होंगी है फॉर योर वर्किंग, बिकॉज राइट नाउ कंडीशनल सपोर्ट तुहानू मिलेगी, चाहे तुसी क्यूबेक ब्लॉक क्यूबेक की गल करो या NDP की गल करो, दिस वुड बी ऑल कंडीशनल सपोर्ट। कंडीशनल सपोर्ट इशू बेस्ड हो सकती है, जो ਜਿਹੜੇ ਤੁਸੀਂ बिल्स पेश करते हो हाउस ऑफ कॉमन। सो डिपेंडिंग अपॉन दैट, सो ऑबवियसली ਕਹਿਣ ਨੂੰ ਤੇ ਗਵਰਨਮੈਂਟ ਸਟਰੋਂਗ ਹੋਏਗੀ, ਬਟ ਜਿਹੜੇ ਬਿਲਸ ਜਾਂ ਆਪਣੇ ਹਿਸਾਬ ਨਾਲ ਜਿਹੜੇ ਬਿਲਸ ਜਾਂ ਲਾਜ਼ ਬਣਾਉਣਾ ਚਾਹਣਗੇ ਟਰੂਡੋ ਸਰਕਾਰ, ਥੋੜ੍ਹਾ ਜਿਹਾ ਔਖਾ ਹੋ ਜਾਏਗਾ। ਬਟ ਜਿਹੜਾ ਸਿੰਬੋਲਿਕ ਜਿਹੜਾ ਚੀਜ਼ ਹੁੰਦੀ ਉਹਦੇ ਹਿਸਾਬ ਨਾਲ ਦੇ ਵਾਂਟ ਟੂ ਸੈਂਡ ਦ ਮੈਸੇਜ ਲਾਊਡ ਐਂਡ ਕਲੀਅਰ ਕਿ ਦਿਸ ਵੁੱਡ ਬੀ ਅ ਸਟਰੋਂਗ ਗਵਰਨਮੈਂਟ, ਬਟ ਇਨ ਡੇਜ਼ ਟੂ ਕਮ ਦੇ ਵਿਲ ਹੈਵ देयर ओन ਚੈਲੰਜਸ। जी, ਕੋਲੀਸ਼ਨ ਫਿਲਹਾਲ ਤੇ ਉਹਨਾਂ ਨੇ ਜਿਸ ਤਰ੍ਹਾਂ ਮਨਾ ਕਰ ਦਿੱਤਾ ਹੈ, ਪਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਰੀਏ ਕੋਲੀਸ਼ਨ ਦੀ, ਤੇ ਕੀ ਲੱਗਦਾ ਹੈ ਕਿ ਕੁਝ ਪ੍ਰੈਡਿਕਟ ਕੀਤਾ ਜਾ ਸਕਦਾ ਹੈ ਕਿ ਇਹ ਕਿਹੜੀ ਪਾਰਟੀ ਦੇ ਨਾਲ ਕੋਲੀਸ਼ਨ ਕਰਨਗੇ ਜਾਂ ਕਿਹੜੀ ਪਾਰਟੀ ਦੇ ਨਾਲ ਇਹਨਾਂ ਨੂੰ ਕਰਨਾ ਚਾਹੀਦਾ ਹੈ, ਕਿਸ ਨਾਲ ਫਾਇਦਾ ਹੋਏਗਾ? ਦੇਖੋ ਜੀ, ਇਹਨਾਂ ਨੂੰ ਫਾਇਦਾ ਤਾਂ ਜ਼ਰੂਰ ਹੋਏਗਾ ਕਿ NDP ਨਾਲ ਕਰਨ, ਕਿਉਂਕਿ ਕਾਫੀ ਜ਼ਿਆਦਾ ਸਿਮਿਲੈਰਿਟੀਜ਼ ਇਹਨਾਂ 'ਚ ਹਨ। ਬੋਥ ਆਰ ਪ੍ਰੋ, ਜਿੱਦਾਂ ਕਹਿੰਦੇ ਨੇ ਕਿ ਇੱਕ ਲਿਬਰਲਿਜ਼ਮ ਦੀ ਤਰਫ ਲੀਨ ਕਰਦੇ ਨੇ, ਬੋਥ ਦ ਪਾਰਟੀਜ਼ ਲੀਨ ਟੂਵਰਡ ਲਿਬਰਲਿਜ਼ਮ। ਹਾਂ, ਕੁਛ ਡਿਫਰੈਂਸਿਸ ਵੀ ਜ਼ਰੂਰ ਹਨ, बट NDP ਨੂੰ ਇੰਨਾ ਫਾਇਦਾ ਨਹੀਂ ਹੋਏਗਾ ਅਗਰ ਤੁਸੀਂ ਗੱਲ ਕਰੋ ਕਿ NDP ਅਗਰ ਜੁਆਇਨ ਕਰਦੀ ਹੈ ਸਰਕਾਰ, ਕੋਲੀਸ਼ਨ ਗਵਰਨਮੈਂਟ ਵਿੱਚ ਸ਼ਾਮਿਲ ਹੁੰਦੀ ਹੈ, ਸੋ NDP ਨੂੰ ਸ਼ਾਇਦ ਇੰਨਾ ਫਾਇਦਾ ਨਹੀਂ ਹੋਏਗਾ, ਬਟ ਲਿਬਰਲ ਨੂੰ ਜ਼ਰੂਰ ਫਾਇਦਾ ਹੋਏਗਾ, ਬਿਕੋਜ਼ ਫॉर ਗੁੱਡ ਗਵਰਨੈਂਸ ਤੁਹਾਨੂੰ ਇੱਕ ਮੈਜੋਰਿਟੀ ਜ਼ਰੂਰ ਚਾਹੀਦੀ ਹੁੰਦੀ ਹੈ ਹਾਊਸ ਆਫ ਕਾਮਨ ਵਿੱਚ, ਜੋ ਇਹਨਾਂ ਕੋਲ ਫਿਲਹਾਲ ਨਹੀਂ ਹੈ। ਬਟ ਇਸ਼ੂ ਬੇਸ ਦੇ ਹਿਸਾਬ ਨਾਲ ਆਈ ਥਿੰਕ ਚੈਲੰਜਸ ਵੱਧ ਜਾਣਗੇ ਟਰੂਡੋ ਸਰਕਾਰ ਕੋਲ। ਬਟ ਦ ਗੁੱਡ ਥਿੰਗ ਇਜ਼ ਕਿ ਜਦ ਮਿਨੋਰਿਟੀ ਸਰਕਾਰ ਆਉਂਦੀ ਹੈ, और मिनॉरिटी सरकार अगर पहली बार आए, जस्ट सपोज इन केस ऑफ दिस गवर्नमेंट अगर कोई और सरकार होंदी है ट्रूडो के अलावा कोई और ऐसे प्राइम मिनिस्टर आंदे किसी और पार्टी के जिन्होंने पुराना एक्सपीरियंस नहीं होंदा, तजुर्बा नहीं होंदा, सो उन्होंने लिए चैलेंजेस होर ज़्यादा बढ़ जाते। बट इन दिस केस द कॉन्सोलेशन जी कॉन्सोलेशन फैक्टर है या सिल्वर लाइनिंग तुसीं कह लो कि जस्टिन ट्रूडो वुड कंटिन्यू फ्रॉम वेयर ही लैफ्ट, सो उन्होंने पता है वॉट ही वॉज डूइंग। सो दिस इज़ गुड फॉर द कंट्री, बट नॉट अ वेरी गुड साइन अगर तुसी पोलिटिकल स्टेबिलिटी की गल करो। पोलिटिकल स्टेबिलिटी इट्स नॉट अ वेरी गुड साइन, बट ट्रूडो सरकार लिए आई थिंक दिस इज़ द बेस्ट दे कैन आस्क फॉर कि भी मिनॉरिटी सरकार, बट स्टिल they will be continuing from where they left। ਜੀ, ਜਿਸ ਤਰ੍ਹਾਂ ਤੁਸੀਂ ਕਹੇ ਕਿ NDP ਨੂੰ ਇੰਨਾ ਜ਼ਿਆਦਾ ਫਾਇਦਾ ਨਹੀਂ ਹੋਏਗਾ, ਜੇ ਅਸੀਂ NDP ਲੀਡਰ ਜਗਮੀਤ ਸਿੰਘ ਦੀ ਗੱਲ ਕਰੀਏ, ਕੀ ਲੱਗਦਾ ਹੈ ਕਿ ਉਹਨਾਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਰਹੀ? ਕਿਉਂਕਿ ਜੇ ਅਸੀਂ ਪਿਛਲੇ ਇਲੈਕਸ਼ਨਸ ਦੀ ਗੱਲ ਕਰੀਏ ਤੇ NDP ਨੂੰ ਅਰਾਊਂਡ 50 ਸੀਟਸ ਉਹਨਾਂ ਦੇ ਖਾਤੇ ਆਈਆਂ ਸੀਗੀਆਂ, ਪਰ ਇਸ ਵਾਰੀ ਸਿਰਫ 24 ਸੀਟਾਂ ਹੀ ਆਈਆਂ ਨੇ। ਹਰ ਚੀਜ਼ ਅਗਰ ਸੀਟਾਂ ਦੇ ਹਿਸਾਬ ਨਾਲ ਅਸੀਂ ਵੇ ਕਰੀਏ ਤੇ ਸਾਨੂੰ ਵੋਟ ਪਰਸੈਂਟੇਜ ਵੀ ਦੇਖਣੀ ਚਾਹੀਦੀ ਹੈ। ਵੋਟ ਪਰਸੈਂਟੇਜ ਅਗਰ ਤੁਸੀਂ ਦੇਖੋ ਕਿ ਕੰਜ਼ਰਵੇਟਿਵਸ ਨੂੰ ਜ਼ਿਆਦਾ ਪਈ ਹੈ, ਪਰ ਸੀਟਾਂ ਲਿਬਰਲ ਨੇ ਜ਼ਿਆਦਾ ਕੱਢੀਆਂ। ਬਟ ਆਈ ਥਿੰਕ ਜਗਮੀਤ ਸਿੰਘ, look at Jagmeet Singh, let's not forget कि he doesn't come from mainstream community, नहीं एक टर्बन सिख आके एक्सेप्टेबिलिटी करना एंड गेटिंग सो क्लोज, जो उन्होंने फोकस मिलिया सी नैशनल मीडिया ने जो फोकस उन्होंने दिता सी, और जो यंगस्टर्स अपने नाल जोड़न विच कामयाब हो गए। आई थिंक दिस इज़ अ वेरी गुड साइन फॉर NDP, जिदा यंगस्टर्स नाल जुड़ रहे हैं NDP नाल, और NDP ने एक मूवमेंट चलाई सी, शायद वोटां चो ट्रांसलेट नहीं हुई,
ਬਿਕੋਜ਼ ਐਟ ਦ ਐਂਡ ਆਫ ਦ ਡੇ ਤੁਸੀਂ ਦੇਖੋ ਕਿ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਸਪੋਰਟ ਕਰਾਂਗਾ ਲਿਬਰਲ ਪਾਰਟੀ ਨੂੰ, ਤੇ ਲੋਕਾਂ ਨੂੰ ਲੱਗਿਆ ਜੋ ਕਿ ਲਿਬਰਲ ਪਾਰਟੀ ਨੂੰ ਸਪੋਰਟ ਕਰ ਰਹੇ ਸਨ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਐਨਡੀਪੀ ਆਪਣੇ ਬਲਬੂਤੇ ਤੇ ਸਰਕਾਰ ਨਹੀਂ ਬਣਾ ਸਕੇਗੀ। ਸੋ ਡਬਲ ਮਾਈਂਡ ਹੋ ਗਏ, ਉਹਨਾਂ ਨੇ ਸ਼ਾਇਦ ਐਨਡੀਪੀ ਨੂੰ ਵੋਟ ਪਾਣਾ ਸੀ ਤੇ ਦੇ ਥਾਟ ਕਿ ਵੀ ਅਗਰ ਇੰਨੇ ਐਨਡੀਪੀ ਨੂੰ ਵੀ ਵੋਟ ਪਾਵਾਂਗੇ ਇਹਨਾਂ ਨੇ ਵੀ ਅਗਰ ਲਿਬਰਲ ਨੂੰ ਵੋਟ ਪਾਣੀ ਹੈ ਸੋ ਲੈਟਸ ਵੋਟ ਫॉर ਲਿਬਰਲ ਡਾਇਰੈਕਟਲੀ। ਉਹਨਾਂ ਨੂੰ ਇਹ ਲੱਗਿਆ ਕਿਤੇ ਵੋਟ ਡਿਵਾਈਡ ਹੋ ਜਾਏਗਾ ਐਨਡੀਪੀ ਤੇ ਲਿਬਰਲ ਦੇ ਵਿੱਚ ਤੇ ਫਾਇਦਾ ਕੰਜ਼ਰਵੇਟਿਵ ਨੂੰ ਹੋਏਗਾ। ਸੋ ਲੈਟਸ ਅੰਡਰਸਟੈਂਡ ਕਿ ਜੋ ਲੋਕੀ ਚਾਹੁੰਦੇ ਸਨ ਕਿ ਕੰਜ਼ਰਵੇਟਿਵ ਨਹੀਂ ਆਣ, ਉਹ ਦੇ ਥਾਟ ਕਿ ਲਿਬਰਲ ਇਜ਼ ਅ ਬੈਟਰ ਚੋਇਸ ਦੈਨ ਐਨਡੀਪੀ, ਕਿਉਂਕਿ ਐਨਡੀਪੀ ਰਾਈਟ ਨਾउ इज़ नॉट इन अ पोजिशन टू फॉर्म देयर ओन गवर्नमेंट, अपनी सरकार आपे बना नहीं सकते, बल्कि वोट डिवाइड हो जाएगा क्योंकि वोट जोड़ा वोट बैंक एनडीपी का लिबरल का काफ़ी हद तक वो सेम वोट बैंक है। सो वोट बैंक लिबरल का ही डिवाइड होना सी ते एनडीपी का ही डिवाइड होना सी। ਜਿਹੜੇ ਕੰਜ਼ਰਵੇਟਿਵ ਲੋਇਲਿਸਟ ਹਨ ਦੇ ਵੁੱਡ ਆਲਵੇਜ਼ ਸਟਿਕ ਟੂ ਕੰਜ਼ਰਵੇਟਿਵ ਪਾਰਟੀ। ਸੋ ਆਈ ਥਿੰਕ ਦਿਸ ਇਜ਼ ਵਨ ਆਫ ਦ ਰੀਜ਼ਨਸ ਕਿ ਬਈ ਐਨਡੀਪੀ ਨੂੰ ਜ਼ਿਆਦਾ ਸੀਟਾਂ ਨਹੀਂ ਮਿਲੀਆਂ। ਜਦੋਂ ਕੈਂਪੇਨ ਦੀ ਸ਼ੁਰੂਆਤ ਹੋਈ ਸੀ ਉਦੋਂ ਸ਼ਾਇਦ ਐਨਡੀਪੀ ਦਾ ਜਿਹੜਾ ਕੈਂਪੇਨ ਸੀਗਾ ਇੱਕ ਸਲੀਪਿੰਗ ਕੈਂਪੇਨ ਦੀ ਤਰ੍ਹਾਂ ਸ਼ੁਰੂ ਹੋਇਆ, ਪਰ ਐਂਡ ਦੇ ਵਿੱਚ ਲਾਸਟ ਮੋਮੈਂਟ ਤੱਕ ਜਗਮੀਤ ਸਿੰਘ ਨੂੰ ਇੱਕ ਰੌਕ ਸਟਾਰ ਦੀ ਤਰ੍ਹਾਂ ਪਛਾਣਿਆ ਜਾ ਰਿਹਾ ਸੀ, ਰੌਕ ਸਟਾਰ ਦਾ ਨਾਮ ਉਹਨਾਂ ਨੂੰ ਦਿੱਤਾ ਗਿਆ। ਪਰ ਲਾਸਟ ਇਲੈਕਸ਼ਨ ਦੀ ਜੇਕਰ ਅਸੀਂ ਗੱਲ ਕਰੀਏ ਤੇ ਲਿਬਰਲਸ ਵਰ ਇਲੈਕਟਡ ਔਨ ਅ ਪ੍ਰੋਮਿਸ ਆਫ ਚੇਂਜ, ਬਟ ਡੂ ਯੂ ਥਿੰਕ ਕਿ ਓਵਰ ਦ ਪਾਸਟ 4 years ਦੋਜ਼ ਪ੍ਰੋਮਿਸਿਸ ਹੈਵ ਬੀਨ ਚੈਲੰਜਸ ਟੂ ਅਕੰਪਲਿਸ਼? ਬਿਲਕੁਲ ਜੀ, ਚੈਲੰਜਸ ਤੇ ਜ਼ਰੂਰ ਹਨ। ਜਿਨ੍ਹਾਂ ਨੇ ਪ੍ਰੋਮਿਸਿਸ ਕੀਤੇ ਸਨ, ਚਾਹੇ ਇਲੈਕਟਰਲ ਰਿਫਾਰਮ ਦੀ ਗੱਲ ਕਰੋ ਜਾਂ ਔਰ ਇੰਪਲੋਇਮੈਂਟ ਜਨਰੇਸ਼ਨ ਦੀ ਗੱਲ ਕਰੋ ਜਾਂ ਡੈਫਿਸਿਟ ਘੱਟ ਕਰਨ ਦੀ ਗੱਲ ਕਰੋ, ਕਾਫੀ ਹੱਦ ਤੱਕ ਕੁਝ ਪ੍ਰੋਮਿਸਿਸ ਨਹੀਂ ਪੂਰੇ ਕਰ ਸਕੇ, ਬਟ ਇਹਦੇ ਨਾਲ ਨਾਲ ਪਰਫਾਰਮੈਂਸ ਵੀ ਕਾਊਂਟ ਹੁੰਦੀ ਹੈ। ਸੋ ਦੈਟ ਇਜ਼ ਆਲਸੋ ਵਨ ਆਫ ਦ ਰੀਜ਼ਨਸ ਕਿ ਬਈ ਲਿਬਰਲ ਨੂੰ ਸ਼ਾਇਦ ਮੈਜੋਰਿਟੀ ਨਹੀਂ, ਫੁੱਲ ਮੈਜੋਰਿਟੀ ਇਸ ਵਾਰ ਨਹੀਂ ਮਿਲ ਸਕੀ। ਬਟ ਅਗਰ ਤੁਸੀਂ ਦੇਖੋ ਕਿ ਲਿਬਰਲਸ ਨੂੰ ਫਾਇਦਾ ਕਿਹਦਾ ਹੋਇਆ, ਆਪਣੇ ਬਲਬੂਤੇ ਤੇ ਸ਼ਾਇਦ ਉਹਨਾਂ ਨੂੰ ਫਾਇਦਾ ਨਹੀਂ ਨਾ ਹੋਇਆ ਜਿੰਨਾ ਕਿ ਡਗ ਫੋਰਡ ਦਾ, ਕਿਉਂਕਿ ਜਸਟਿਨ ਟਰੂਡੋ ਜਿਹੜੇ ਪ੍ਰਧਾਨ ਮੰਤਰੀ ਆਲਮੋਸਟ ਹਰ ਡਿਬੇਟ ਵਿੱਚ ਉਹ ਡਗ ਫੋਰਡ ਦੀ ਜ਼ਰੂਰ ਗੱਲ ਕਰਦੇ ਸਨ, ਪ੍ਰੋਵਿੰਸ਼ੀਅਲ ਪੋਲਿਟਿਕਸ ਨੂੰ ਲਿਆਉਂਦੇ ਸਨ, ਬਿਕੋਜ਼ ਉਹਨਾਂ ਨੂੰ ਲੱਗਿਆ ਕਿ ਡਗ ਫੋਰਡ ਦੀ ਜਿਹੜੀ ਅਨਪੋਪੂਲਰ ਵੋਟ ਇੱਕ ਜਿਹੜਾ ਜਾਂ ਅਨਪੋਪੂਲਰ ਇੱਕ ਮੂਵਮੈਂਟ ਚੱਲ ਰਹੀ ਹੈ ਡਗ ਫੋਰਡ ਦੇ ਖਿਲਾਫ ਓਨਟਾਰੀਓ ਵਿੱਚ, ਉਹਨੂੰ ਕੈਸ਼ ਕਰਨ। ਸੋ ਓਨਟਾਰੀਓ ਹੈਜ਼ ਬੀਨ ਦ ਸੇਵੀਅਰ ਫॉर ਲਿਬਰਲ ਪਾਰਟੀ। ਜਿਹੜਾ ਮਿਨੋਰਿਟੀ ਸਰਕਾਰ ਵੀ ਅਗਰ ਬਣਾ ਪਾ ਰਹੇ ਨੇ ਤੇ ਇਟਸ ਓਨਲੀ ਬਿਕੋਜ਼ ਆਫ ਓਨਟਾਰੀਓ। ਇੰਟੈਰੀਓ ਵਿੱਚ ਵੋਟ ਸ਼ੇਅਰ ਕਾਫੀ ਜ਼ਿਆਦਾ ਇਹਨਾਂ ਨੂੰ ਮਿਲਿਆ, ਬਾਕੀ ਪ੍ਰੋਵਿੰਸਿਸ ਇੰਨਾ ਜ਼ਿਆਦਾ ਨਹੀਂ ਮਿਲਿਆ। ਔਰ ਖਾਸ ਕਰਕੇ ਅਗਰ ਜੀਟੀਏ ਦੀ ਤੁਸੀਂ ਗੱਲ ਕਰੋ 904 ਔਰ 905 ਔਰ ਖਾਸ ਕਰ ਮਿਸਿਸਾਗਾ ਬ੍ਰੈਂਪਟਨ ਪੂਰਾ ਹੀ ਸਵੀਪ ਕਰ ਲਿਆ। ਸੋ ਦਿਸ ਇਜ਼ ਵੈਰੀ ਕਲੀਅਰ ਕਿ ਜਿਹੜੀ ਇਹਨਾਂ ਦੀ ਡਗ ਫੋਰਡ ਦੀ ਜਿਹੜੇ ਅਨਪੋਪੂਲਰ ਜਿਹੜਾ ਵੋਟ ਸੀ ਜਾਂ ਜੋ ਲੋਕੀ ਸਮਝਦੇ ਸਨ ਕਿ ਕੰਜ਼ਰਵੇਟਿਵ ਦਾ ਇਹ ਫੇਸ ਡਗ ਫੋਰਡ ਹੈ, ਸੋ ਉਹਦਾ ਫਾਇਦਾ ਕਿਤੇ ਨਾ ਕਿਤੇ ਲਿਬਰਲ ਪਾਰਟੀ ਨੂੰ ਜ਼ਰੂਰ ਮਿਲਿਆ। ਆਈ ਥਿੰਕ ਇਸ ਚੀਜ਼ ਤੇ ਕੰਜ਼ਰਵੇਟਿਵ ਪਾਰਟੀ अपना कार्ड ठीक तरह प्ले नहीं कर पाई, क्योंकि कंजरवेटिव पार्टी ਨੂੰ या एंड्रू शीर ठीक मैसेज अक्रॉस मैसेज नहीं भेज पाए कि प्रोविंशियल पॉलिटिक्स इज़ टोटली डिफरेंट फ्रॉम फैडरल पॉलिटिक्स। जी बिल्कुल। और जिदा डग फोर्ड ਨੂੰ ਜੋੜਿਆ ਗਿਆ ਫੈਡਰਲ ਜਿਹੜੀ ਇਲੈਕਸ਼ਨ ਦੇ ਨਾਲ ਜੋੜਿਆ ਗਿਆ ਕੰਜ਼ਰਵੇਟਿਵ ਦੇ ਨਾਲ, ਉਹਦਾ ਨੁਕਸਾਨ ਕਾਫੀ ਹੱਦ ਤੱਕ ਕੰਜ਼ਰਵੇਟਿਵ ਪਾਰਟੀ ਨੂੰ ਜ਼ਰੂਰ ਹੋਇਆ। ਔਰ जीटीए और इस एरिए जिथे इमीग्रेंट्स की पॉपुलेशन ज़्यादा है, लिबरल्स आर ऑल्सो सीन एज मोर इमीग्रेशन फ्रेंडली पार्टी। जी सो ਉਹਦਾ ਫਾਇਦਾ ਵੀ ਕਾਫੀ ਜ਼ਿਆਦਾ ਲਿਬਰਲ ਪਾਰਟੀ ਨੂੰ ਹੋਇਆ। ਔਰ ਇੱਥੇ ਓਨਟਾਰੀਓ ਵਿੱਚ ਜਿਹੜਾ ਅਨਪੋਪੂਲਰ ਵੋਟ ਹੈ ਬਿਕੋਜ਼ ਆਫ ਡਗ ਫੋਰਡ, ਉਹਦਾ ਨੁਕਸਾਨ ਐਂਡਰੂ ਸ਼ੀਰ ਨੂੰ ਜ਼ਰੂਰ ਹੋਇਆ। ਜੀ ਬਿਲਕੁਲ। ਐਂਡ ਆਈ ਥਿੰਕ ਇਸ ਵਾਰ ਦੀਆਂ ਵੋਟਾਂ ਨੇ ਕਿਤੇ ਨਾ ਕਿਤੇ ਇੱਕ ਡਿਵੀਜ਼ਨ ਵੀ ਕ੍ਰੀਏਟ ਕੀਤੀ। ਜਿਵੇਂ ਓਨਟਾਰੀਓ ਦੇਖੀਏ ਸਾਰਾ ਲਿਬਰਲਸ ਰਿਹਾ, ਕਿਊਬੈਕ ਦੇਖੀਏ ਤੇ ਉਹ ਬਲੌਕ ਕਿਊਬੈਕ ਦੇ ਕੋਲ ਚਲਾ ਗਿਆ, ਔਰ ਵੈਸਟਰਨ ਸਾਈਡ ਜਿਹੜੀ ਹੈ ਉਹ ਸਾਰੀ ਕੰਜ਼ਰਵੇਟਿਵਸ ਦੇ ਕੋਲ ਚਲੀ ਗਈ। ਤੁਹਾਨੂੰ ਕੀ ਲੱਗਦਾ ਹੈ ਕਿ ਸਭ ਤੋਂ ਵੱਡਾ ਕਾਰਨ ਕੀ ਰਿਹਾ ਕਿ ਲਿਬਰਲਸ ਮੈਜੋਰਿਟੀ ਨਹੀਂ ਹਾਸਲ ਕਰ ਸਕੇ? ਬਿਲਕੁਲ ਜੀ, ਜਿੱਦਾਂ ਅਸੀਂ ਪਹਿਲੇ ਵੀ ਡਿਸਕਸ ਕੀਤਾ ਹੈ, ਕੁਝ ਅਨਕੈਪਟ ਪ੍ਰੋਮਿਸਿਸ ਜਿਹੜੇ ਕਿ ਵਾਅਦੇ ਇਹਨਾਂ ਨੇ ਕੀਤੇ ਸਨ ਪਿਛਲੀ ਵਾਰ, ਔਰ ਕਾਫੀ ਜ਼ਿਆਦਾ ਐਕਸਪੈਕਟੇਸ਼ਨਸ ਸਨ ਜਸਟਿਨ ਟਰੂਡੋ ਤੋਂ। ਜਸਟਿਨ ਟਰੂਡੋ ਦੀ ਅਗਰ ਚਲੋ ਅਸੀਂ ਡਿਫਰੈਂਟ ਜਿਹੜੇ ਫੈਡਰਲ ਗਵਰਨਮੈਂਟ ਦੇ ਜਿਹੜੇ ਡਿਫਰੈਂਟ ਏਰੀਆਜ਼ ਹੁੰਦੇ ਨੇ ਉਹਦੇ ਬਾਰੇ ਅਗਰ ਗੱਲ ਕਰੀਏ, ਫੋਰਨ ਪੋਲਿਸੀ ਦੇ ਬਾਰੇ ਤੁਸੀਂ ਗੱਲ ਕਰੋ, ਚਾਹੇ ਯੂਐਸ ਨਾਲ ਹੋਏ, ਇਟ ਹੈਜ਼ ਬੀਨ ਡਿਜ਼ਾਸਟਰ। ਜਿੱਦਾਂ ਟਰੰਪ ਦਾ ਵਿਜ਼ਿਟ ਹੋਇਆ ਸੀ, ਐਵਰੀਬਡੀ ਨੋਜ਼ ਕਿ ਵੀ ਡੋਨਲਡ ਟਰੰਪ ਨੇ ਕੋਈ ਜ਼ਿਆਦਾ ਅੱਛਾ ਔਰ ਜਸਟਿਨ ਟਰੂਡੋ ਨਾਲ ਕੋਈ ਜ਼ਿਆਦਾ ਅੱਛਾ ਵਰਤਾਵ ਨਹੀਂ ਕੀਤਾ। ਫਿਰ ਉਹਦੇ ਨਾਲ ਬਾਅਦ ਤੁਸੀਂ ਮਿਡਲ ਈਸਟ ਦੇ ਨਾਲ ਗੱਲ ਕਰੋ, ਮਿਡਲ ਈਸਟ ਬਾਰੇ ਗੱਲ ਕਰੋ, ਸਾਊਦੀ ਅਰੇਬੀਆ, ਕੈਨੇਡਾ ਅਗੇਨ ਹੈਡ ਅ ਟਫ ਟਾਈਮ, ਉੱਥੇ ਵੀ ਵੀ ਕੁਡਨਟ ਮੇਕ ਵੈਰੀ ਗੁੱਡ ਫਰੈਂਡਸ ਵਿਦ ਸਾਊਦੀ ਅਰੇਬੀਆ। ਫਿਰ ਤੁਸੀਂ ਚਾਈਨਾ ਨਾਲ ਗੱਲ ਕਰੋ, ਚਾਈਨਾ ਨਾਲ ਵੀ ਸਾਡੇ ਰਿਲੇਸ਼ਨਸ ਕੰਸਟ੍ਰੇਨਡ ਕਾਫੀ ਜ਼ਿਆਦਾ ਸਟ੍ਰੇਨ ਰੇਨ। ਫਿਰ ਤੁਸੀਂ ਇੰਡੀਆ ਟ੍ਰਿਪ ਦਾ ਗੱਲ ਕਰੋ, ਦੈਟ ਵਾਜ਼ ਅ ਟੋਟਲ ਡਿਜ਼ਾਸਟਰ ਜਸਟਿਨ ਟਰੂਡੋ ਦਾ ਜਿਹੜਾ ਇੰਡੀਆ ਟ੍ਰਿਪ ਰਿਹਾ। ਸੋ ਫੋਰਨ ਪੋਲਿਸੀ ਤੇ ਠੀਕ ਹੈ ਕਿ ਤੁਹਾਡੇ ਮਿਨਿਸਟਰ ਜ਼ਰੂਰ ਹਨ, ਕ੍ਰਿਸਟੀ ਫਰੀਲੈਂਡ ਜਿਹੜੇ ਕੋਸ਼ਿਸ਼ ਕਰ ਰਹੇ ਨੇ ਔਰ ਕਾਫੀ ਅੱਛਾ ਕੰਮ ਵੀ ਕਰ ਰਹੇ ਨੇ, ਬਟ ਜਸਟਿਨ
ਟਰੂਡੋ ਗਵਰਨਮੈਂਟ ਦੀ ਅਗਰ ਤੁਸੀਂ ਗੱਲ ਕਰੋ, ਫੋਰਨ ਪੋਲਿਸੀ ਹੈਜ਼ ਬਿਨ ਡਿਜ਼ਾਸਟਰ। ਹੁਣ ਅਗਰ ਤੁਸੀਂ ਕਰੋ ਇਕਨੋਮਿਕ ਫਰੰਟ ਤੇ, ਹਾਂ ਅਨਇੰਪਲੋਇਮੈਂਟ ਕਾਫੀ ਦੂਰ ਹੋਈ ਹੈ, ਕਾਫੀ ਜ਼ਿਆਦਾ ਐਵਨਿਊਜ਼ ਗਰੋਥ ਹੋਏ, ਬਟ ਇਨਫਰਾਸਟ੍ਰਕਚਰ ਦੀ ਅਗਰ ਗੱਲ ਕਰੋ, ਜਿੱਦਾਂ ਇਹਨਾਂ ਨੇ ਪ੍ਰੋਮਿਸ ਕੀਤੇ ਸਨ ਕਿ ਇਨਫਰਾਸਟ੍ਰਕਚਰ ਤੇ ਕਾਫੀ ਜ਼ਿਆਦਾ ਇਨਵੈਸਟਮੈਂਟਸ ਕਰਨਗੇ, ਇਨਫਰਾਸਟ੍ਰਕਚਰ ਤੇ ਕਾਫੀ ਜ਼ਿਆਦਾ ਕੰਮ ਹੋਏਗਾ, ਉਹ ਸ਼ਾਇਦ ਇਹਨਾਂ ਦੇਖਣ ਨੂੰ ਨਹੀਂ ਮਿਲਿਆ। ਸੋ ਵਾਅਦਿਆਂ 'ਚ ਹੀ ਰਹਿ ਗਏ। ਬਾਕੀ ਹੁਣ ਤੁਸੀਂ ਗੱਲ ਕਰੋ ਕਿ ਫਿਸਕਲ ਸਿਚੁਏਸ਼ਨ ਕੰਟਰੀ ਦੀ ਕੋਈ ਇੰਨੀ ਜ਼ਿਆਦਾ ਵਧੀਆ ਨਹੀਂ ਹੋਈ। ਹਾਊਸਿੰਗ ਅਫੋਰਡੇਬਿਲਿਟੀ ਵਾਜ਼ ਆਲਸੋ ਵਨ ਆਫ ਦ ਬਿਗ ਫੈਕਟਰਸ, ਇਲੈਕਸ਼ਨ ਜਿਹੜਾ ਪ੍ਰੋਮਿਸ ਇਹਨਾਂ ਨੇ ਕੀਤਾ ਸੀ। ਸੋ ਉਹਨਾਂ ਉਸ ਵਜ੍ਹਾ ਕਰਕੇ ਵੀ ਇਹਨਾਂ ਦੀ ਇਮੇਜ ਨੂੰ ਥੋੜ੍ਹਾ ਡੈਂਟ ਲੱਗਿਆ। ਹਾਂ ਜ਼ਰੂਰ ਕਿਊਬੈਕ ਵਿੱਚ ਥੋੜ੍ਹਾ ਫਾਇਦਾ ਜ਼ਰੂਰ ਹੋਇਆ ਹੋਏਗਾ, ਬਟ ਓਵਰਆਲ ਇਹਨਾਂ ਦੀ ਇਮੇਜ ਨੂੰ ਡੈਂਟ ਲੱਗਿਆ। ਸੋ ਦੂਜਾ ਡੈਂਟ ਜਿੱਥੇ ਲੱਗਿਆ ਹੈ ਕਿ ਪਾਈਪਲਾਈਨ, ਉੱਥੇ ਵੀ ਹੀ ਵਾਜ਼ਨਟ ਵੈਰੀ ਡਿਸਾਈਸਿਵ ਕਿ ਵੀ ਪਾਈਪਲਾਈਨ ਤੇ ਇਸ਼ੂ ਤੇ ਕੀ ਕਰਨਾ ਹੈ। ਨਾਓ ਆਫਟਰ ਦ ਇਲੈਕਸ਼ਨਸ ਹੀ ਇਜ਼ ਕਮਿੰਗ ਫਾਰਵਰਡ ਔਰ ਕਹਿ ਰਹੇ ਨੇ ਕਿ ਮੈਂ ਪਾਈਪਲਾਈਨ ਨੂੰ ਕਰਾਂਗਾ। ਵੈਸਟਰਨ ਪ੍ਰੋਵਿੰਸਿਸ ਜਿਹੜੇ ਨੇ ਉਹਨਾਂ ਨੇ ਜ਼ਿਆਦਾ ਫਰੈਂਡਲੀ ਨਹੀਂ ਸਮਝਿਆ ਜਸਟਿਨ ਟਰੂਡੋ ਨੂੰ, ਔਰ ਜਸਟਿਨ ਟਰੂਡੋ ਦਾ ਫੋਕਸ ਜ਼ਿਆਦਾ ਓਨਟੇਰੀਓ ਵਿੱਚ ਹੀ ਰਿਹਾ, ਕਿਊਬੈਕ ਵਿੱਚ ਵੀ ਰਿਹਾ, ਖੈਰ BC 'ਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਬਟ ਕਿਤੇ ਨਾ ਕਿਤੇ ਵੈਸਟਰਨ ਜਿਹੜੇ ਪ੍ਰੋਵਿੰਸਿਸ ਹਨ, BC ਨੂੰ ਤੁਸੀਂ ਛੱਡ ਦਿਓ, ਸੋ ਉੱਥੇ ਜ਼ਿਆਦਾ ਕੋਈ ਇੰਨਾ ਵਧੀਆ ਰਿਸਪੌਂਸ ਨਹੀਂ ਮਿਲਿਆ ਜਸਟਿਨ ਟਰੂਡੋ ਨੂੰ। ਜੀ, ਪਾਈਪਲਾਈਨ ਦੇ ਇਸ਼ੂ ਦੀ ਤੁਸੀਂ ਗੱਲ ਕੀਤੀ ਹੈ, ਉਹਦੇ ਬਾਰੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਨਾਲ ਹੀ ਤੁਸੀਂ ਪ੍ਰੋਮਿਸਸ ਦੀ ਵੀ ਗੱਲ ਕਰ ਰਹੇ ਸੀ, ਉਹਦੇ ਬਾਰੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਗੱਲਬਾਤ ਲਈ ਮੌਜੂਦ ਹਨ ਵਿਕਰਮ ਚੌਧਰੀ। ਵਿਕਰਮ ਜੀ, ਜਿਸ ਤਰ੍ਹਾਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਇਲੈਕਸ਼ਨ ਪ੍ਰੋਮਿਸਸ ਦੀ, ਲਿਬਰਲ ਸਰਕਾਰ ਦੇ ਪ੍ਰੋਮਿਸਸ ਦੀ, ਲੇਕਿਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹਨ। ਜਦੋਂ ਅਸੀਂ ਕੈਂਪੇਨ ਦੌਰਾਨ ਲਿਬਰਲ ਦੇ ਮੈਂਬਰਸ ਦੇ ਨਾਲ ਗੱਲ ਕੀਤੀ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਲਿਬਰਲ ਪਾਰਟੀ ਇਜ਼ ਦ ਓਨਲੀ ਪਾਰਟੀ ਜਿਨ੍ਹਾਂ ਨੇ ਹੁਣ ਤੱਕ ਆਪਣੇ 92 ਤੋਂ 93% ਜਿਹੜੇ ਵਾਅਦੇ ਨੇ ਉਹ ਪੂਰੇ ਕੀਤੇ ਨੇ। ਦੇਖੋ ਜੀ, ਕੁਆਂਟੀਟੇਟਿਵ ਤਰੀਕੇ ਨਾਲ ਪ੍ਰੋਮਿਸਿਸ ਆਪਣੇ ਕਰਨਾ, ਕਿ ਕੁਆਂਟੀਫਾਈ ਕਰਨਾ ਕਿ ਅਸੀਂ 92 93 ਕੀਤੇ, ਆਈ ਡੋਂਟ ਨੋ ਕਿਸ ਮੈਥ ਦੇ ਪ੍ਰੋਪੋਰਸ਼ਨ ਨਾਲ ਉਹ ਕਰ ਰਹੇ ਨੇ, ਬਟ ਪ੍ਰੋਮਿਸਿਸ ਇਹ ਨਹੀਂ ਹੁੰਦੇ ਕਿ ਤੁਸੀਂ ਛੋਟਾ ਕੋਈ ਪ੍ਰੋਮਿਸ ਕੀਤਾ ਹੈ ਵਿਚ ਕੈਨ ਬੀ ਕੰਪਲੀਟਡ, ਉਹ ਤੁਸੀਂ ਉਹਦੀ ਲਿਸਟ 'ਚ ਜੋੜ ਲਓ, ਬਟ ਸਾਹਮਣੇ ਚੀਜ਼ਾਂ ਉਹੀ ਨਜ਼ਰ ਆਉਂਦੀਆਂ ਹਨ ਕਿ ਸਮਾਂ ਡਿਫਿਕਲਟ ਪ੍ਰੋਮਿਸਿਸ ਜੋ ਤੁਸੀਂ ਪੂਰੇ ਨਾ ਕਰ ਸਕੋ, ਉਹ ਨਾ ਪੂਰੇ ਕਰ ਸਕੋ, ਤੇ ਸਾਹਮਣੇ ਚੀਜ਼ਾਂ ਜ਼ਰੂਰ ਨਜ਼ਰ ਆਉਂਦੀਆਂ ਹਨ। ਹਾਂ, ਇਮੀਗ੍ਰੇਸ਼ਨ ਦੇ ਬਾਰੇ ਇਹਨਾਂ ਨੇ ਕਿਹਾ ਸੀ, ਉਹ ਕੁਝ ਵਾਅਦੇ ਪੂਰੇ ਕੀਤੇ ਨੇ। ਚਾਈਲਡ ਟੈਕਸ ਬੈਨੀਫਿਟ ਬਾਰੇ ਕਿਹਾ ਸਨ, ਉਹ ਕੁਝ ਵਾਅਦੇ ਪੂਰੇ ਕੀਤੇ ਨੇ, ਬਟ ਮੇਜਰਲੀ ਜਿਹੜੇ ਵਾਅਦੇ ਨਹੀਂ ਕੰਪਲੀਟ ਹੋ ਪਾਏ, ਉਹ ਜਿੱਦਾਂ ਤੁਸੀਂ ਕੁਝ ਮੇਜਰ ਟੈਕਸ ਰਿਫਾਰਮਸ ਦੀ ਗੱਲ ਕਰੋ, ਉਹ ਨਹੀਂ ਕਰ ਪਾਏ, ਡੈਫਿਸਿਟ ਕੰਟਰੋਲ ਕਰਨ ਦੀ ਉਹ ਗੱਲ ਕਰ ਪਾਓ, ਉਹ ਨਹੀਂ ਕਰ ਪਾਏ, ਇਲੈਕਸ਼ਨ ਰਿਫਾਰਮਸ ਦੀ ਤੁਸੀਂ ਗੱਲ ਕਰੋ, ਇਲੈਕਟਰਲ ਰਿਫਾਰਮਸ ਦੀ ਗੱਲ ਕਰੋ, ਉਹ ਪੂਰੇ ਨਹੀਂ ਹੋ ਪਾਏ। ਪਾਈਪਲਾਈਨ ਦੇ ਬਾਰੇ ਇਹਨਾਂ ਨੇ ਕਿਹਾ ਸੀ ਕਿ ਡਿਸਾਈਸਿਵਲੀ ਲਾਸਟ ਟਰਮ ਵਿੱਚ ਅਸੀਂ ਕੁਝ ਕਰ ਸਕਾਂਗੇ, ਉਹ ਵੀ ਨਹੀਂ ਕਰ ਪਾਏ। ਸੋ ਇੱਦਾਂ ਦੇ ਕਾਫੀ ਐਸੀ ਚੀਜ਼ਾਂ ਹਨ ਕਿ ਜੋ ਕਿ ਵਾਅਦੇ ਪੂਰੇ ਨਹੀਂ ਕਰ ਪਾਏ, ਔਰ ਐਂਟੀ ਇਨਕੰਬੈਂਸੀ ਜ਼ਰੂਰ ਸੀ। ਐਸੀ ਗੱਲ ਨਹੀਂ ਕਿ ਐਂਟੀ ਇਨਕੰਬੈਂਸੀ ਨਹੀਂ ਸੀ, ਅਗਰ ਕੰਬੈਂਸੀ ਹੁੰਦੀ ਸੋ ਓਨਟੇਰੀਓ ਜਿੱਤਣ ਦੇ ਬਾਵਜੂਦ ਵੀ ਮਿਨੋਰਿਟੀ ਸਰਕਾਰ ਵਿੱਚ ਆਉਣਾ। ਸੋ ਆਈ ਥਿੰਕ ਦਿਸ ਸ਼ੋਜ਼ ਕਿ ਵੀ ਫੋਕਸ ਇਹਨਾਂ ਨੂੰ ਸਿਰਫ ਲਿਬਰਲ ਸਰਕਾਰ ਨੂੰ ਬਚਾਇਆ ਹੀ ਓਨਟੇਰੀਓ ਨੇ। ਮੈਂ ਪਹਿਲੇ ਕਦੀ ਦੇਖਿਆ ਨਹੀਂ ਕਿ ਕਦੀ ਪ੍ਰਾਈਮ ਮਿਨਿਸਟਰ ਫੈਡਰਲ ਪੋਲੀਟਿਕਸ ਨੂੰ ਛੱਡ ਕੇ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਬਾਰੇ ਗੱਲ ਕਰੇ। ਅਗਰ ਤੁਸੀਂ ਡਿਬੇਟਸ ਦੀ ਗੱਲ ਕਰੋ ਜਾਂ ਉਹਨਾਂ ਦੀ ਇੰਟਰਵਿਊਜ਼ ਦੀ ਦੇਖੋ, ਅਗਰ ਤੁਸੀਂ ਜਸਟਿਨ ਟਰੂਡੋ ਦੀ, ਕਿਤੇ ਨਾ ਕਿਤੇ ਉਹ ਜ਼ਰੂਰ ਕੋਸ਼ਿਸ਼ ਕਰਦੇ ਸਨ ਮੈਂਸ਼ਨ ਕਰਨ ਦਾ ਕਿ ਡਗ ਫੋਰਡ ਦੀ ਸਰਕਾਰ ਕਿੱਦਾਂ ਓਨਟੇਰੀਓ 'ਚ ਕੰਮ ਕਰ ਰਹੀ ਹੈ। ਸੋ ਆਈ ਥਿੰਕ ਉਸ ਚੀਜ਼ ਦਾ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦੀ ਸੇਵਿੰਗ ਗ੍ਰੇਸ ਜਿਹੜੀ ਹੋਏਗੀ ਲਿਬਰਲ ਸਰਕਾਰ ਦੀ, ਉਹ ਓਨਟੇਰੀਓ ਹੀ ਹੋ ਸਕਦੀ ਹੈ ਸੇਵਿੰਗ ਗ੍ਰੇਸ, ਐਂਡ that is what was right, ਔਰ ਸਟ੍ਰੈਟਜੀ ਉਹਨਾਂ ਦੀ ਠੀਕ ਰਹੀ ਹੈ। ਡੈਕਫੋਰਡ ਦੀ ਫੈਡਰਲ ਇਲੈਕਸ਼ਨ ਦੇ ਵਿੱਚ ਇਨਵੋਲਵਮੈਂਟ ਜ਼ਰੂਰੀ ਸੀ ਜਾਂ ਨਹੀਂ ਸੀ ਇਹ ਤਾਂ ਪਤਾ ਨਹੀਂ, ਪਰ ਉਹਨਾਂ ਨੇ ਆਪਣੀ ਪਾਰਲੀਮੈਂਟ ਜ਼ਰੂਰ ਬੰਦ ਕਰ ਲਈ ਸੀ ਕਿ ਉਹ ਕੰਜ਼ਰਵੇਟਿਵਸ ਨੂੰ ਸਪੋਰਟ ਕਰ ਸਕਣ। ਤੇ ਨਾਲ ਹੀ ਵਿਕਰਮ ਜੀ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀਗੇ ਪਾਈਪਲਾਈਨ ਦੇ ਮੁੱਦੇ ਦੀ, ਅਸੀਂ ਦੇਖੀਏ ਤੇ ਐਲਬਰਟਨਸ ਸਪੋਰਟ ਪਾਈਪਲਾਈਨ, ਲੇਕਿਨ ਲਿਬਰਲ ਪਾਰਟੀ ਨੇ ਵੀ ਡੈਫੀਨੇਟਲੀ ਪਾਈਪਲਾਈਨ ਖਰੀਦੀ $4.7 ਬਿਲੀਅਨ ਦੀ, ਲੇਕਿਨ ਇਹਨਾਂ ਚੋਣਾਂ ਦੇ ਵਿੱਚ ਐਲਬਰਟਾ ਤੋਂ ਸਸਕੈਚੁਅਨ ਤੋਂ ਇੱਕ ਵੀ ਸੀਟ ਲਿਬਰਲਸ ਦੇ ਖਾਤੇ ਨਹੀਂ ਆਈ ਹੈ। ਬਿਲਕੁਲ ਜੀ, ਔਰ ਲਿਬਰਲ ਜਿਹੜੀ ਉੱਥੇ ਦੀ ਪਾਪੂਲੇਸ਼ਨ ਹੈ, ਜਿਹੜੀ ਜਨਤਾ, ਉਹਨਾਂ ਨੇ ਲੱਗਿਆ ਕਿ ਲਿਬਰਲ ਗੱਲ ਤਾਂ ਜ਼ਰੂਰ ਕਰ ਰਹੇ ਨੇ, ਸ਼ਾਇਦ ਆਪਣਾ ਵਾਅਦਾ ਪੂਰਾ ਜਾਂ ਉਹਨੂੰ ਇੰਪਲੀਮੈਂਟ ਨਹੀਂ ਕਰ ਪਾ ਰਹੇ, ਕਿਉਂਕਿ ਜਿਹੜੀ ਥੋੜ੍ਹੀ ਤੁਸੀਂ ਬੈਕਗਰਾਊਂਡ ਵਿੱਚ ਦੇਖੋ ਕਿ ਆਇਲ ਕੀ ਹੋ ਰਿਹਾ ਕਿ US ਸਸਤਾ ਆਇਲ ਖਰੀਦ ਰਹੀ ਹੈ ਐਲਬਰਟਾ ਤੋਂ, ਕਿਉਂਕਿ ਥੋੜ੍ਹੀ ਲੋਕੇਸ਼ਨਲ ਡਿਸਐਡਵਾਂਟੇਜ ਵੀ ਹੈ। ਸੋ ਅਗਰ ਪਾਈਪਲਾਈਨ ਹੋਏ, ਕਿਉਂਕਿ ਅਲਬਰਟਾ ਦਾ ਆਇਲ ਸੈਂਡ ਡਿਊਨਸ ਤੋਂ ਕੱਢਣਾ ਬੜਾ ਐਕਸਪੈਂਸਿਵ ਪੈਂਦਾ, ਇਹਨਾਂ ਨੂੰ ਕੋਈ ਸਸਤਾ ਨਹੀਂ ਪੈਂਦਾ, ਬਟ ਉਹਦੇ ਉੱਪਰ ਜਦੋਂ ਤੁਸੀਂ ਐਡ ਕਰੋ ਟਰਾਂਸਪੋਰਟੇਸ਼ਨ, ਸੋ ਇਹਨਾਂ ਨੂੰ ਕਾਫੀ ਸਸਤਾ ਤੇਲ ਵੇਚਣਾ ਪੈਂਦਾ ਹੈ। ਸੋ ਅਲਬਰਟਾ ਦੀ ਇਕੋਨਮੀ ਇੱਕ ਟਾਈਮ ਤੇ ਬੂਮ ਕਰ ਰਹੀ ਸੀ
ਜਦ ਆਇਲ ਦੀ ਪ੍ਰਾਈਸਿਸ ਜ਼ਿਆਦਾ ਸਨ ਔਰ ਇੱਥੋਂ ਸਸਤਾ ਆਇਲ ਮਿਲਦਾ ਸੀ ਤੇ ਅਲਬਰਟਨ ਇਕਨੋਮੀ ਵਾਸ ਬੂਮਿੰਗ, ਬਟ ਰਿਵਰਸ ਹੋ ਗਿਆ ਬਿਲਕੁਲ। ਅਲਬਰਟਾ ਦੀ ਇਕਨੋਮੀ ਅੱਜ ਦੀ ਡੇਟ ਇਜ਼ ਸਭ ਤੋਂ ਲੋਐਸਟ ਹੈ ਪੂਰੀ ਕੰਟਰੀ ਦੀ ਅਗਰ ਤੁਸੀਂ ਗੱਲ ਕਰੋ ਐਜ਼ ਕੰਪੇਅਰ ਟੂ ਵਾਟ ਇਟ ਵਾਜ਼ 6-7 ਈਅਰਸ ਅਗੋ। ਸੋ ਉੱਥੇ ਦੀ ਪਾਪੂਲੇਸ਼ਨ ਲੱਗਦਾ ਹੈ ਕਿ ਅਗਰ ਸਿਚੁਏਸ਼ਨ ਰਿਵਰਸ ਕਰਨੀ ਹੈ ਤੇ ਪਾਈਪਲਾਈਨ ਇਜ਼ ਦ ਨੀਡ ਆਫ ਦ ਆਰ। ਸੋ ਉਹਨਾਂ ਨੂੰ ਨਹੀਂ ਲੱਗ ਪਾਇਆ ਕਿ ਬਈ ਜਸਟਿਨ ਟਰੂਡੋ ਸਰਕਾਰ ਇਹਦੇ ਬਾਰੇ ਨਹੀਂ ਸੀਰੀਅਸ ਹੈ। ਔਰ ਜਿੱਦਾਂ ਹੀ ਇਲੈਕਸ਼ਨ ਖਤਮ ਹੋਈ ਹੈ ਔਰ ਜੋ ਵੀ ਨਤੀਜੇ ਉੱਥੇ ਆਏ ਨੇ ਅਲਬਰਟਾ ਦੇ ਬਾਰੇ, ਜਿਹੜਾ ਮੇਰੇ ਖਿਆਲ ਪਹਿਲਾ ਮੇਜਰ ਬਿਆਨ ਜਸਟਿਨ ਟਰੂਡੋ ਨੇ ਦਿੱਤਾ ਉਹ ਪਾਈਪਲਾਈਨ ਦੇ ਬਾਰੇ ਹੀ ਦਿੱਤਾ ਹੈ। ਸੋ ਆਈ ਥਿੰਕ ਹੀ ਰਿਅਲਾਈਜ਼ਸ ਨਾਓ ਕਿ ਹਾਊ ਇੰਪੋਰਟੈਂਟ ਇਟ ਇਜ਼ ਫॉर ਅਲਬਰਟਾ, ਪਾਈਪਲਾਈਨ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਅਲਬਰਟਾ ਲਈ। and that is the reason I think he would get serious in the next 4 years ताकि at least show ਤੇ ਕਰ ਸਕਣ ਕਿ what is he doing। ਜੀ ਬਿਲਕੁਲ। ਪੋਲੀਟੀਕਲ ਹਿਸਟਰੀ ਕਹਿੰਦੀ ਹੈ ਕਿ ਨਾਰਥ ਦੇ ਵਿੱਚ ਜਿਹੜੀ ਮਿਨੋਰਟੀ ਗਵਰਨਮੈਂਟ ਅਗਰ ਆਏ ਤੇ ਨਾਰਥ ਨੂੰ ਕਾਫੀ ਬੈਨੀਫਿਟ ਹੋ ਸਕਦਾ ਹੈ, ਲੇਕਿਨ ਜੇ ਅਸੀਂ ਦੇਖੀਏ ਕਿ ਫੈਡਰਲ ਇਲੈਕਸ਼ਨ ਕੈਂਪੇਨ ਦੇ ਦਿਨਾਂ ਦੌਰਾਨ ਕਿਸੇ ਵੀ ਲੀਡਰ ਨੇ ਨਾਰਥ ਦੇ ਵਿੱਚ ਜ਼ਿਆਦਾ ਧਿਆਨ ਨਹੀਂ ਦਿੱਤਾ। ਸਿਰਫ ਲਿਬਰਲ ਲੀਡਰ ਜਸਟਿਨ ਟਰੂਡੋ ਇੱਕ ਵਾਰੀ ਉੱਥੇ ਗਏ, ਉਹਨਾਂ ਨੇ ਵਿਜ਼ਿਟ ਕੀਤਾ, ਪਰ ਬਾਕੀ ਪਾਰਟੀਜ਼ ਦੀ ਗੱਲ ਕਰੀਏ ਤੇ ਉਹਨਾਂ ਨੇ ਨਾਰਥ ਇੰਨਾ ਜ਼ਿਆਦਾ ਵਿਜ਼ਿਟ ਨਹੀਂ ਕੀਤਾ। ਸੀਟਾਂ ਕਿੰਨੀਆਂ? ਬਿਲਕੁਲ ਸੀਟਾਂ ਘੱਟ ਨੇ, ਲੇਕਿਨ ਕਿਹਾ ਜਾਂਦਾ ਹੈ ਕਿ ਚਾਹੇ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰੀਏ, ਅਫੋਰਡੇਬਿਲਿਟੀ ਦੀ ਗੱਲ ਕਰੀਏ ਜਾਂ ਇੰਡੀਜਨਸ ਇਸ਼ੂਜ਼ ਹੋ ਗਏ ਜਾਂ ਫਿਰ ਕੈਨੇਡਾ ਦੀ ਫੋਰਨ ਪਾਲਿਸੀ ਹੋ ਗਈ, ਆਲ ਰਨ ਥਰੂ ਨਾਰਥ। ਬਿਲਕੁਲ ਠੀਕ ਹੈ ਜੀ, ਤੁਹਾਡਾ ਕਹਿਣਾ ਬਿਲਕੁਲ ਠੀਕ ਹੈ, ਬਟ ਐਟ ਦ ਐਂਡ ਆਫ ਦ ਡੇ ਸਾਨੂੰ ਲੈਟਸ ਨਾਟ ਫੋਰਗੇਟ ਕਿ ਇਟਸ ਆਲ ਅਬਾਊਟ ਪੋਲਿਟਿਕਸ। ਪੋਲਿਟਿਕਸ ਐਂਡ ਤੇ ਆ ਕੇ ਇੱਕੋ ਗੇਮ ਤੇ ਰੁਕਦੀ ਹੈ ਕਿ ਕਿੰਨੀ ਸੀਟਾਂ, ਵੋਟ ਬੈਂਕ ਕੀ ਹੈ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ। ਅਗਰ ਜ਼ਿਆਦਾ ਫੋਕਸ ਇਸ ਟਾਈਮ ਨਾਰਥ ਤੇ ਨਹੀਂ ਰਿਹਾ, ਇਟਸ ਓਨਲੀ ਬਿਕੋਜ਼ ਕਿ ਬਈ ਉੱਥੇ ਦੀ ਇਟਸ ਨਾਟ ontario, ਇਟਸ ਨਾਟ ਅਲਬਰਟਾ। ਇੱਕ ਪ੍ਰੋਵਿੰਸ ਦੇ 2-2 ਸੀਟਾਂ, 3-3 ਸੀਟਾਂ ਜਾਂ ਇੱਕ ਸੀਟ। ਸੋ ਦੇ ਆਰ ਨਾਟ ਵੈਰੀ ਇੰਟਰਸਟਿਡ ਉਹ ਕਰਨ ਕਿ ਇੰਨਾ ਟਾਈਮ ਵੇਸਟ ਕਰਨਾ। ਔਰ ਲੋਕੇਸ਼ਨਲ ਡਿਸਐਡਵਾਂਟੇਜ, ਉੱਥੇ ਕੰਪੇਨ ਕਰਨਾ ਵੀ ਇੰਨਾ ਸੌਖਾ ਨਹੀਂ ਹੈ। ਔਰ ਇੱਦਾਂ ontario ਦੀ ਤਰ੍ਹਾਂ ਜਾਂ ਮੇਜਰ ਸਿਟੀਜ਼ ਦੀ ਤਰ੍ਹਾਂ ਪਾਪੂਲੇਸ਼ਨ ਹਰਡਲ ਨਹੀਂ ਹੈ, ਡੈਂਸਿਟੀ ਆਫ ਪਾਪੂਲੇਸ਼ਨ ਨਹੀਂ ਹੈ। ਤੁਸੀਂ ਇੱਕ ਘਰ 4 ਕਿਲੋਮੀਟਰ ਬਾਅਦ ਹੋਏਗਾ, 5 ਕਿਲੋਮੀਟਰ। ਸੋ ਕਨੈਕਟਿੰਗ ਵਿਦ ਪੀਪਲ ਐਂਡ ਕੈਨਵਸਿੰਗ ਆਲਸੋ ਇਜ਼ ਲੌਜਿਸਟਿਕਲੀ ਨਾਟ ਪੋਸੀਬਲ देयर। मतलब मुश्किल ज़रूर है, मैं ये नहीं कहना कि नामुमकिन है, बट मुश्किल है। एंड पॉलिटिशियंस एट द टाइम ड्यूरिंग इलेक्शन टाइम दे रियलाइज़ के हाउ इंपॉर्टेंट इज़ टाइम फॉर देम। टाइम बड़ा इंपॉर्टेंट होंदा है। सो इट्स ऑल अबाउट मैथमैटिक्स कि भी अगर इत्थे असीं 4 दिन लगांगे तो 4 दिन असीं किते हाई डेंसिटी एरिया च लाइए तो सानूं ज़्यादा फायदा हो सकता है। सो पॉलिटिशियंस एट द एंड ऑफ द डे अपना फायदा देखते हैं ड्यूरिंग इलेक्शन टाइम। जी ਨਾਲ ਹੀ ਵਿਕਰਮ ਜੀ ਅਸੀਂ ਦੇਖਿਆ ਕਿ ਇਸ ਵਾਰ ਦੀ ਜਿਹੜੀ ਇਲੈਕਸ਼ਨ ਸੀਗੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਉਹ ਪ੍ਰੋਵਿੰਸ਼ੀਅਲ ਇਸ਼ੂਜ਼ ਦੇ ਨਾਲ ਡੋਮੀਨੇਟ ਰਹੀ, ਚਾਹੇ ਉਹ ਕਿਊਬੈਕ ਦਾ ਬਿਲ 21 ਦਾ ਇਸ਼ੂ ਹੋਏ ਜਾਂ ਫਿਰ ਅਲਬਰਟਾ ਦੀ ਇਕਨੋਮੀ ਦਾ ਇਸ਼ੂ ਹੋਏ। ਬਿਲਕੁਲ। ਔਰ ਮੈਨੂੰ ਲੱਗਦਾ ਕਿ ਆਉਣ ਵਾਲੀ ਇਲੈਕਸ਼ਨਸ ਵਿੱਚ ਜ਼ਿਆਦਾ ਹੋਏਗਾ ਕਿਉਂਕਿ ਲੋਕੀ ਸਮਝ ਰਹੇ ਨੇ ਕਿ ਲੋਕਲ ਇਸ਼ੂਜ਼ ਜ਼ਿਆਦਾ ਮੈਟਰ ਕਰਦੇ ਨੇ। ਫੈਡਰਲ ਇਸ਼ੂਜ਼ ਨਾਲ ਇੰਨਾ ਕਨੈਕਟ ਹੋਣਾ ਬੜਾ ਮੁਸ਼ਕਿਲ ਹੁੰਦਾ। ਸਪੋਜ਼ ਪਾਈਪਲਾਈਨ ਨਾਲ ਅਸੀਂ ਸਮਝਦੇ ਹਾਂ ਕਿ ਕੈਨੇਡਾ ਦੀ ਇਕਨੋਮੀ ਬੂਸਟ ਹੋਏਗੀ, ਬਟ ਸਮਬਡੀ ਹੂ ਇਜ਼ ਲਿਵਿੰਗ ਇਨ ontario ਕਹਿੰਦਾ ਯਾਰ ਫॉर ਮੀ ਦੈਟਸ ਨਾਟ ਦ ਰੀਅਲ ਇਸ਼ੂ। ਮੇਰੇ ਵਾਸਤੇ ਰੀਅਲ ਇਸ਼ੂ ਇਜ਼ ਸਮਥਿੰਗ ਐਲਸ। ਮੇਰੇ ਵਾਸਤੇ ਮੇ ਬੀ ਰੀਅਲ ਇਸ਼ੂ ਇਜ਼ ਇਨਫਰਾਸਟ੍ਰਕਚਰ। ਮੇਰੇ ਵਾਸਤੇ ਰੀਅਲ ਇਸ਼ੂ ਇਜ਼ ਕਿ ਬਈ ਫੈਡਰਲ ਸਰਕਾਰ, ਪ੍ਰੋਵਿੰਸ਼ੀਅਲ ਸਰਕਾਰ ਜਾਂ ਮੁਨਸਿਪਲ ਸਰਕਾਰ ਨੂੰ ਕਿੰਨਾ ਪੈਸਾ ਦੇ ਰਹੀ ਹੈ ਕਿ ਇੱਥੇ ਹਾਈਵੇ ਬਣ ਸਕਣ। ਫॉर ਮੀ ਦ ਰੀਅਲ ਇਸ਼ੂ ਇਜ਼ ਕਿ ਮੈਨੂੰ ਮਾਰਨਿੰਗ ਕਮਿਊਟ ਤੇ ਘੰਟਾ ਲੱਗਦਾ ਕੰਮ ਤੇ ਪੁੱਜਣ ਲਈ ਤੇ ਸ਼ਾਮੀ ਘੰਟਾ ਲੱਗਦਾ ਘਰੇ ਪੁੱਜਣ ਲਈ। So for them the issues are different. So local issues are taking the center stage right now or center seat ਲੈ ਰਹੇ ਨੇ। ਔਰ ਮੇਰੇ ਹਿਸਾਬ ਨਾਲ ਆਉਣ ਵਾਲੇ ਟਾਈਮ ਵਿੱਚ ਜ਼ਿਆਦਾ ਲਏਗਾ ਕਿ ਵੀ what are the job opportunities, educational facilities ਕੀ ਇਨ ਬੱਚਿਆਂ ਲਈ। So these are the issues that will take the center stage। ਔਰ ਜਿੱਦਾਂ ਕਿਊਬੈਕ ਵਿੱਚ ਤੁਸੀਂ ਦੇਖ ਲਓ, ਅਲਬਰਟਾ ਵਿੱਚ ਦੇਖ ਲਓ। So right now Canadian politics is very different. Local issues are the municipal government ਦੇ ਅੰਦਰ ਆਉਂਦੇ ਨੇ, ਫਿਰ ਉਹਦੇ ਬਾਅਦ provincial government ਦੇ। ਅਗਰ ਤੁਸੀਂ ਮੈਨੂੰ ਪੁੱਛੋ few years back ਮੈਨੂੰ ਇਹ ਵੀ ਨਹੀਂ ਪਤਾ ਸੀ, I was very clear, but ਇਹ ਨਹੀਂ ਪਤਾ ਸੀ ਕਿ MP ਦਾ ਰੋਲ ਕੀ ਹੁੰਦਾ ਹੈ ਇੱਕ ਵੀਜ਼ਾ ਲੈਟਰ ਦੇਣ ਦੇ ਇਲਾਵਾ ਲੈਣ ਤੋਂ ਜ਼ਿਆਦਾ। what can the MP do for the local population? That's what the ਜਿੱਥੇ buck stops there। but ਉਹਨਾਂ ਨੂੰ ਇਹ ਨਹੀਂ ਪਤਾ ਕਿ ਲਾਰਜਰ ਪਿਕਚਰ ਵਿੱਚ MPs ਬਿਲਸ ਪੇਸ਼ ਕਰਦੇ ਨੇ, ਲਾਜ਼ ਬਣਾਉਣ ਵਿੱਚ ਮਦਦ ਕਰਦੇ ਨੇ, and they get the feedback from the general public ਕਿ ਕੀ ਕਰਨਾ ਹੈ। हाँ, but the real issues ਜਿਹੜੇ those are the local issues। So obviously the political taste of Canada is changing. People want their local issues to be addressed than the larger wider picture which is the federal issues।
ਵਿਕਰਮ ਜੀ ਸਮਾਂ ਸਾਡੇ ਕੋਲ ਘੱਟ ਹੈਗਾ ਪਰ ਮੇਰਾ ਆਖਰੀ ਸਵਾਲ ਤੁਹਾਡੇ ਤੋਂ ਰਹੇਗਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਮੈਂਬਰ ਪਾਰਲੀਮੈਂਟ ਸੰਬੰਧੀ। ਕੈਨੇਡਾ ਦੇ ਇਤਿਹਾਸ ਵਿੱਚ ਇਹ ਦੂਜੀ ਵਾਰੀ ਹੈਗਾ ਹੈ ਜਦ ਅਰਾਊਂਡ 18 ਮੈਂਬਰ ਪਾਰਲੀਮੈਂਟਸ ਸਾਊਥ ਏਸ਼ੀਅਨ ਭਾਈਚਾਰੇ ਤੋਂ ਸਾਨੂੰ ਹਾਊਸ ਆਫ ਕਾਮਨਸ ਵਿੱਚ ਵੇਖਣ ਨੂੰ ਮਿਲਣਗੇ। ਪਰ ਜੇ ਅਸੀਂ ਮਿਨਿਸਟਰ ਦੀ ਸੀਟਸ ਦੀ ਗੱਲ ਕਰੀਏ ਤੇ ਕੀ ਲੱਗਦਾ ਹੈ ਕਿ ਮਿਨਿਸਟਰ ਦੀ ਜਿਹੜੀ ਗਿਣਤੀ ਸੀਗੀ ਸਾਊਥ ਏਸ਼ੀਅਨ ਮਿਨਿਸਟਰ ਪਿਛਲੀ ਵਾਰੀ ਲਿਬਰਲ ਗਵਰਨਮੈਂਟ ਦੇ ਵਿੱਚ 4 ਮਿਨਿਸਟਰ ਸੀਗੇ, ਇਸ ਵਾਰੀ ਉਹ ਗਿਣਤੀ ਉਹੀ ਰਹੇਗੀ ਜਾਂ ਘਟੇਗੀ? ਕਿਉਂਕਿ ਜੇ ਅਸੀਂ ਐਡਮਿੰਟਨ ਮਿਲਵੁੱਡ ਰਾਈਡਿੰਗ ਦੀ ਗੱਲ ਕਰੀਏ ਜੋ ਕਿ ਅਮਰਜੀਤ ਸੋਹੀ ਦੇ ਕੋਲ ਸੀਗੀ, ਉਹ ਆਪਣੀ ਸੀਟ ਹਾਰ ਗਏ ਨੇ। ਬਿਲਕੁਲ ਜੀ, ਕਾਫੀ ਜ਼ਿਆਦਾ ਲੋਕ ਇਹਦੇ ਬਾਰੇ ਜ਼ਰੂਰ ਅਟਕਲਾਂ ਲਗਾ ਰਹੇ ਨੇ ਤੇ ਆਸ ਵੀ ਲਾ ਰਹੇ ਨੇ। ਮੇਰੇ ਹਿਸਾਬ ਨਾਲ ਇਹ ਨੰਬਰ ਘਟੇਗਾ ਨਹੀਂ, 4 ਤੋਂ ਵੱਧ ਵੀ ਸਕਦਾ ਹੈ ਜਾਂ ਹੋ ਸਕਦਾ 4 ਹੀ ਰਹੇ। ਅਗਰ ਸੋਹੀ ਸਾਹਿਬ ਦੀ ਇੱਕ ਸੀਟ ਆ ਰਹੇ ਨੇ ਤੇ ਮੇਰੇ ਖਿਆਲ ਹੋਰ ਕਾਫੀ ਸੀਟਾਂ ਪਈਦੀਆਂ ਨੇ, ਹੋਰ ਕਾਫੀ ਐਸੇ ਐਮਪੀ ਜਿਨ੍ਹਾਂ ਨੂੰ ਪਿਛਲੀ ਵਾਰ ਚਾਂਸ ਨਹੀਂ ਮਿਲਿਆ। ਸੋ ਆਈ ਥਿੰਕ ਜਸਟਿਨ ਟਰੂਡੋ ਰਿਅਲਾਈਜ਼ਸ ਹਾਊ ਇੰਪੋਰਟੈਂਟ ਸਾਊਥ ਏਸ਼ੀਅਨ ਕਮਿਊਨਿਟੀਜ਼, ਔਰ ਇਹ ਗੜ ਹੈ ਸਾਊਥ ਏਸ਼ੀਅਨ ਕਮਿਊਨਿਟੀਜ਼ ਦਾ। ਔਰ ਅਗਰ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਇਸ ਟਾਈਮ ਤੇ ਨਾਰਾਜ਼ ਕਰਨਾ, ਜਸਟਿਨ ਟਰੂਡੋ ਕਾਂਟ ਅਫੋਰਡ दैट। ਐਂਡ ਇਟਸ ਨਾਟ ਜਸਟ ਅਬਾਊਟ ਨਾਰਾਜ਼ ਕਰਨਾ ਜਾਂ ਨਹੀਂ ਕਰਨਾ, ਬਟ ਦੇਰ ਲੋਟ ਆਫ ਕੇਪੇਬਲ ਐਮਪੀਜ਼ ਆਲਸੋ ਫਰੋਮ ਦ ਸਾਊਥ ਏਸ਼ੀਅਨ ਕਮਿਊਨਿਟੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਡੇ ਪੋਲੀਟਿਕਸ ਸਾਡੇ ਰਗ ਰਗ ਵਸਦਾ। ਸੋ ਵੀ ਪੋਲੀਟਿਕਸ ਡੇ ਇਨ ਐਂਡ ਆਊਟ ਵੀ ਕੈਨ ਡੂ ਪੋਲੀਟਿਕਸ। So politics is such a thing that we are so passionate about politics कि ignoring South Asian community is not going to be easy for any federal government, be it चाहे conservative दी government आंदी या Justin Trudeau दी आंदी है। They realize how important South Asian community is और उन्होंने political cloud कितना वधा जा रहा है। जिन्ना साड़ी शमूलीयत या जिन्नी ज़्यादा contribution South Asian community दी हो रही है उन federal ਲੈਵਲ ਤੇ ਜਾਂ ਪ੍ਰੋਵਿੰਸ਼ੀਅਲ ਲੈਵਲ ਤੇ ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਕਮਿਊਨਿਟੀ ਦੀ ਇੰਨੀ ਜ਼ਿਆਦਾ ਕੰਟਰੀਬਿਊਸ਼ਨ ਹੋ ਰਹੀ ਹੈ। ਸੋ ਆਈ ਥਿੰਕ ਦੇ ਡਿਜ਼ਰਵ ਐਂਡ ਆਈ ਰਿਅਲਾਈਜ਼ ਕਿ ਬਈ ਦੋਨੋਂ ਪੋਲੀਟੀਕਲ ਪਾਰਟੀਜ਼ ਕੰਜ਼ਰਵੇਟਿਵਸ, ਲਿਬਰਲਸ ਐਂਡ ਐਨਡੀਪੀ, all these 3 parties they realize how important South Asian community is। ਜੀ ਬਿਲਕੁਲ, ਸਵਾਲ ਤਾਂ ਬਹੁਤ ਨੇ ਪਰ ਸਮਾਂ ਨਹੀਂ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਈ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਥੈਂਕ ਯੂ ਫॉर ਹੈਵਿੰਗ ਮੀ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਐਸੀ ਸਾਡੀ ਖਾਸ ਮੁਲਾਕਾਤ ਸੀਨੀਅਰ ਜਰਨਲਿਸਟ ਵਿਕਰਮ ਚੌਧਰੀ ਜੀ ਦੇ ਨਾਲ। ਜੇ ਅੱਜ ਦੀ ਇਸ ਗੱਲਬਾਤ ਸੰਬੰਧੀ ਤੁਸੀਂ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਅਗਲੇ ਹਫਤੇ ਅਸੀਂ ਮੁੜ ਤੋਂ ਹਾਜ਼ਰ ਹੋਵਾਂਗੇ ਨਵੇਂ ਮਹਿਮਾਨ ਅਤੇ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।